ਦੁਨੀਆ ਭਰ ਦੀ ਧਾਰਮਿਕ ਤਵਾਰੀਖ ਅਤੇ ਸ਼ਹੀਦੀਆਂ ਦੀ ਲੜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਖੀ ਬੇਮਿਸਾਲ ਹੈ, ਲਾਸਾਨੀ ਹੈ ਤੇ ਕਮਾਲ ਹੈ। ਦੁਨੀਆ ਭਰ ਦੀ ਤਵਾਰੀਖ ਵਿੱਚ ਸਾਰੇ ਧਰਮਾਂ ਤੇ ਹਰ ਇੱਕ ਦੇ ਧਾਰਮਿਕ ਯਕੀਨ ਦੀ ਆਜ਼ਾਦੀ ਵਾਸਤੇ ਸਿਰਫ ਇੱਕੋ ਇੱਕ ਸ਼ਹਾਦਤ ਹੋਈ ਹੈ ਤੇ ਉਹ ਹੈ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਬੈਠੇ 9ਵੇਂ ਸੇਵਾਦਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਸ਼ਹੀਦ ਹੋਰ ਧਰਮਾਂ ਵਿੱਚ ਵੀ ਹੋਏ ਹਨ, ਪਰ ਉਹਨਾਂ ਸਾਰਿਆਂ ਦੀ ਸ਼ਹੀਦੀ ਸਿਰਫ ਨਿੱਜੀ ਅਕੀਦੇ, ਯਕੀਨ ਤੇ ਫਲਸਫੇ 'ਤੇ ਅਟੱਲ ਰਹਿਣ ਕਾਰਨ ਹੋਈ ਸੀ। ਉਹ ਕਿਸੇ ਗੈਰ ਧਰਮ ਰੱਖਣ ਵਾਲਿਆਂ ਨੂੰ ਉਹਨਾਂ ਦਾ ਹੱਕ ਦਿਵਾਉਣ ਵਾਸਤੇ ਸ਼ਹੀਦ ਨਹੀਂ ਸਨ ਹੋਏ, ਨਾ ਹੀ ਉਹਨਾਂ ਦੀ ਕੁਰਬਾਨੀ ਪਿੱਛੇ ਸਮੁੱਚੀ ਲੋਕਾਈ ਨੂੰ ਉਹਨਾਂ ਦਾ ਧਾਰਮਿਕ ਹੱਕ ਦਿਵਾਉਣ ਦੀ ਸੋਚ ਸੀ। ਇਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਹਾਸਿਲ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਧਰਮ ਨਿਭਾਉਣ ਦਾ ਹੱਕ ਦਿਵਾਉਣ ਵਾਸਤੇ ਸ਼ਹੀਦੀ ਹਾਸਲ ਕੀਤੀ ਸੀ। ਅੱਜ ਭਾਵੇਂ UNAO ਤੇ ਹੋਰ ਕੌਮਾਂਤਰੀ ਕਾਨੂੰਨ ਵਿੱਚ ਇਨਸਾਨ ਨੂੰ ਧਰਮ ਦੀ ਆਜ਼ਾਦੀ ਦਾ ਹੱਕ ਦਿਵਾਉਣ ਵਾਸਤੇ ਲਿਖਿਆ ਗਿਆ ਹੋਵੇ, ਪਰ ਉਸ ਨੂੰ ਗੁਰੂ ਸਾਹਿਬ ਨੇ ਤਾਂ 1675 ਵਿੱਚ ਹੀ ਅਮਲੀ ਰੂਪ ਵਿੱਚ ਜ਼ਾਹਿਰ ਤੌਰ 'ਤੇ ਸਾਬਿਤ ਕਰਕੇ ਸ਼ਹੀਦੀ ਦੇ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਅਹਿਸਾਨ ਫਰਾਮੋਸ਼ ਲੋਕਾਂ ਨੇ ਉਸ ਮਹਾਨ ਸ਼ਹੀਦ ਨੂੰ ਉਹ ਮਾਣ ਨਹੀਂ ਦਿੱਤਾ ਜਿਸ ਦਾ ਉਹ ਹੱਕਦਾਰ ਸੀ। ਗੁਰੂ ਤੇਗ ਬਹਾਦਰ ਜੀ ਦਾ ਜਨਮ 18 ਅਕਤੂਬਰ 1621 ਦੇ ਦਿਨ ਮਾਤਾ ਨਾਨਕੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਗੁਰੂ ਦਾ ਚੱਕ, ਹੁਣ ਅੰਮ੍ਰਿਤਸਰ ਵਿੱਚ ਹੋਇਆ ਸੀ। ਇਸ ਥਾਂ 'ਤੇ ਗੁਰਦੁਆਰਾ ਗੁਰੂ ਦੇ ਮਹਿਲ ਬਣਿਆ ਹੋਇਆ ਹੈ। ਕੁਝ ਥਾਈਂ ਆਪ ਦਾ ਜਨਮ 1 ਅਪ੍ਰੈਲ 1621 ਦਾ ਲਿਖਿਆ ਮਿਲਦਾ ਹੈ। ਇਹ ਭੁਲੇਖਾ ਕੁਝ ਲੇਖਕਾਂ ਦੇ ਪ੍ਰਚਾਰ ਕਾਰਨ ਪੈਦਾ ਹੋਇਆ ਹੈ। ਉਹ ਲੇਖਕ ਜੋ ਸਿੱਖ ਧਰਮ ਦੇ ਖਿਲਾਫ ਹਨ, ਉਹਨਾਂ ਦੇ ਵਹਿਮਾਂ ਮੁਤਾਬਿਕ ਵਿਕਰਮੀ ਸੰਮਤ ਦੇ ਕੱਤਕ ਮਹੀਨੇ ਵਿੱਚ ਜੰਮਣ ਵਾਲਾ ਬੱਚਾ ਜਾਂ ਤਾਂ ਨਹਿਸ ਹੁੰਦਾ ਹੈ ਜਾਂ ਉਹ ਉੱਚੀ ਵੱਡੀ ਹਸਤੀ ਨਹੀਂ ਗਰਦਾਨਿਆ ਜਾ ਸਕਦਾ। ਇਸ ਕਾਰਨ ਕਰਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਕੱਤਕ ਦੀ ਥਾਂ ਵਿਸਾਖ ਮਹੀਨੇ ਵਿੱਚ ਬਦਲ ਦਿੱਤਾ। ਇਹ ਸ਼ਰਾਰਤ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਨਾਲ ਵੀ ਕੀਤੀ ਤੇ ਉਸ ਨੂੰ ਕੱਤਕ ਦੀ ਪੂਰਨਮਾਸੀ ਦੀ ਥਾਂ ਵਿਸਾਖ ਸੁਦੀ 3 ਕਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਦਾ ਬਚਪਨ ਗੁਰੂ ਦਾ ਚੱਕ ਅੰਮ੍ਰਿਤਸਰ ਵਿੱਚ ਬੀਤਿਆ। ਆਪ ਨੇ ਭਾਈ ਗੁਰਦਾਸ, ਭਾਈ ਸਿੰਘਾ ਪ੍ਰੋਹਤ ਤੇ ਹੋਰ ਵਿਦਵਾਨਾਂ ਤੋਂ ਸਿੱਖ ਧਰਮ, ਫਲਸਫੇ, ਗੁਰਬਾਣੀ ਅਤੇ ਤਵਾਰੀਖ ਦਾ ਗਿਆਨ ਹਾਸਿਲ ਕੀਤਾ। ਆਪ ਨਿੱਕੀ ਉਮਰ ਵਿੱਚ ਹੀ ਐਨੇ ਆਲਮ ਫਾਜ਼ਲ ਬਣ ਗਏ ਕਿ ਗੁਰੂ ਹਰਗੋਬਿੰਦ ਜੀ ਦੀ ਗੈਰ ਹਾਜ਼ਰੀ ਵਿੱਚ ਸੰਗਤਾਂ ਆਪ ਤੋਂ ਕਥਾ ਸੁਣਨ ਲੱਗ ਪੈਂਦੀਆਂ ਸਨ। ਸਿਰਫ ਇਲਮ ਹੀ ਨਹੀਂ, ਬਲਕਿ ਆਪ ਨੇ ਸ਼ਸਤਰ ਚਲਾਉਣਾ ਤੇ ਘੋੜਸਵਾਰੀ ਵਿੱਚ ਵੀ ਮਾਹਿਰਤ ਹਾਸਲ ਕੀਤੀ। ਛੇਤੀ ਹੀ ਗੁਰੂ ਤੇਗ ਬਹਾਦਰ ਜੀ ਦੀ ਅਜ਼ਮਤ, ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਜ਼ੁਬਾਨੀ ਦਾ ਚਰਚਾ ਹਰ ਪਾਸੇ ਫੈਲ ਗਿਆ। ਉਨੀ ਦਿਨੀ ਅੰਬਾਲਾ ਨੇੜੇ ਲਖਨੌਰ ਪਿੰਡ ਦੇ ਭਾਈ ਲਾਲ ਚੰਦ ਸੁਬੀਖੀ ਹਰ ਸਾਲ ਵਿੱਚ ਕੁਝ ਮਹੀਨੇ ਗੁਰੂ ਅਰਜਨ ਸਾਹਿਬ ਦੇ ਵਸਾਏ ਨਗਰ ਕਰਤਾਰਪੁਰ ਵਿੱਚ ਹੀ ਰਹਿੰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਵੀ ਅਕਸਰ ਕਰਤਾਰਪੁਰ ਆਇਆ ਕਰਦੇ ਸਨ। ਇੱਕ ਵਾਰ ਭਾਈ ਲਾਲ ਚੰਦ ਦੀ ਘਰਵਾਲੀ ਨੇ ਮਾਤਾ ਨਾਨਕੀ ਕੋਲ ਆਪਣੀ ਧੀ ਗੁਜਰੀ ਦੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਵਿਆਹ ਦੀ ਗੱਲ ਛੇੜੀ। ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲ ਕਰਕੇ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਲਿਆ। ਸੋਹਣੀ ਸੁਨੱਖੀ ਸੁਚੱਜੀ ਬੀਬੀ ਗੁਜਰੀ, ਜੋ ਕਿ ਗੁਰੂ ਤੇਗ ਬਹਾਦਰ ਜੀ ਤੋਂ ਸਿਰਫ 1 ਸਾਲ ਛੋਟੇ ਸਨ, ਦਾ ਵਿਆਹ 14 ਫਰਵਰੀ 1633 ਦੇ ਦਿਨ ਕਰਤਾਰਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ। ਇਸ ਆਨੰਦ ਕਾਰਜ ਦੇ ਮੌਕੇ ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਬੱਲੂ, ਭਾਈ ਦਰਿਆ, ਭਾਈ ਪਦਮਾ ਚੌਹਾਨ, ਭਾਈ ਅੜੂਰਾਮ ਦੱਤ, ਭਾਈ ਕਿਰਤ ਭੱਟ, ਭਾਈ ਸਿੰਘਾ ਪ੍ਰੋਹਿਤ, ਭਾਈ ਜੱਗੂ ਚੌਹਾਨ, ਭਾਈ ਸੁਖੀਆ ਮਾਡਨ ਅਤੇ ਹੋਰ ਬਹੁਤ ਸਾਰੇ ਦਰਬਾਰੀ ਸਿੱਖ ਮਹਾਜਰ ਸਨ। ਕਰਤਾਰਪੁਰ ਦੀ ਤਵਾਰੀਖ ਨੇ ਮੁੜ ਕੇ ਅਜਿਹਾ ਆਨੰਦ ਕਾਰਜ ਕਦੇ ਨਹੀਂ ਸੀ ਦੇਖਿਆ ਜਿਸ ਵਿੱਚ ਇੰਨੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ ਹੋਣ। ਵਿਆਹ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਗੁਰੂ ਦਾ ਚੱਕ ਅੰਮ੍ਰਿਤਸਰ ਚਲੇ ਗਏ। ਵਿਆਹ ਤੋਂ ਸਿਰਫ 14 ਮਹੀਨੇ ਮਗਰੋਂ 14 ਅਪ੍ਰੈਲ 1634 ਦੇ ਦਿਨ ਆਪ ਜੀ ਦੀ ਭੈਣ ਬੀਬੀ ਬੀਰੋ ਦਾ ਵਿਆਹ ਸੀ। ਇਸ ਤੋਂ ਸਿਰਫ 1 ਦਿਨ ਪਹਿਲਾਂ ਮੁਗਲ ਫੌਜਾਂ ਨੇ ਗੁਰੂ ਦਾ ਚੱਕ 'ਤੇ ਹਮਲਾ ਕਰ ਦਿੱਤਾ। ਇਸ ਵੇਲੇ
ਆਪ ਦੀ ਉਮਰ ਸਿਰਫ 12.5 ਸਾਲ ਸੀ। ਆਪ ਨੇ ਭਾਈ ਬਿਧੀ ਚੰਦ ਤੇ ਹੋਰ ਜਰਨੈਲਾਂ ਨਾਲ ਮਿਲ ਕੇ ਮੁਗਲ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ। ਆਪ ਨੇ ਇਸ ਲੜਾਈ ਵਿੱਚ ਖੂਬ ਬਹਾਦਰੀ ਦਿਖਾਈ, ਜਿਸ ਨੂੰ ਵੇਖ ਕੇ ਸਾਰੇ ਲੋਕ ਦੰਗ ਰਹਿ ਗਏ। ਮਗਰੋਂ ਕਿਸੇ ਲਿਖਾਰੀ ਨੇ ਇਹ ਵੀ ਲਿਖ ਦਿੱਤਾ ਕਿ ਇਸ ਲੜਾਈ ਵਿੱਚ ਕਮਾਲ ਦੀ ਤੇਗ ਵਾਹਣ ਕਰਕੇ ਆਪ ਜੀ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ ਗਿਆ ਤੇ ਆਪ ਦਾ ਨਾਂ ਤਿਆਗਮੱਲ ਤੋਂ ਤੇਗ ਬਹਾਦਰ ਬਣ ਗਿਆ। ਇਹ ਗੱਲ ਸਹੀ ਨਹੀਂ ਹੈ। ਪੱਟ ਬਹੀਆਂ ਅਤੇ ਹੋਰ ਸੋਮਿਆਂ ਮੁਤਾਬਿਕ ਜਨਮ ਵੇਲੇ ਹੀ ਆਪ ਦਾ ਨਾਮ ਤੇਗ ਬਹਾਦਰ ਸੀ। ਆਪ ਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਸੀ ਕਿ ਆਪ ਦੇ ਜਨਮ ਤੋਂ ਸਿਰਫ 1.5 ਮਹੀਨੇ ਪਹਿਲਾਂ ਹੀ 3 ਅਕਤੂਬਰ 1621 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਰੋਹੀਲਾ, ਹੁਣ ਹਰਗੋਬਿੰਦਪੁਰਾ ਵਿੱਚ ਭਗਵਾਨ ਦਾਸ ਖੇਰੜ ਤੇ ਕਰਮਚੰਦ ਵੱਲੋਂ ਲਿਆਂਦੀ ਮੁਗਲ ਫੌਜ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ ਸੀ ਤੇ ਇਹ ਆਮ ਚਰਚਾ ਸੀ ਕਿ ਸਿੱਖ ਤਾਂ ਤੇਗ ਚਲਾਉਣ ਵਾਲੀ ਬਹਾਦਰ ਕੌਮ ਹਨ। ਉਂਝ ਇਹ ਸਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ 26-28 ਅਪ੍ਰੈਲ 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਕਰਤਾਰਪੁਰ ਦੀ ਲੜਾਈ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਪਰਿਵਾਰ ਸਣੇ ਕੀਰਤਪੁਰ ਚਲੇ ਗਏ। 3 ਮਈ 1635 ਤੋਂ ਮਾਰਚ 1644 ਤੱਕ 8 ਸਾਲ 10 ਮਹੀਨੇ ਆਪ ਪਿਤਾ ਜੀ ਨਾਲ ਵਧੇਰੇ ਸਮਾਂ ਕਰਤਾਰਪੁਰ ਵਿੱਚ ਰਹੇ। ਇੱਥੇ ਆਪ ਸੰਗਤਾਂ ਦੀ ਸੇਵਾ ਵੀ ਕਰਦੇ ਰਹੇ ਅਤੇ ਕਈ ਵਾਰ ਸ਼ਬਦ ਦੀ ਕਥਾ ਵੀ ਕਰਦੇ। ਵਿੱਚੋਂ ਕੁਝ ਸਮੇਂ ਵਾਸਤੇ ਆਪ ਬਕਾਲਾ ਵੀ ਚਲੇ ਗਏ। ਬਕਾਲਾ ਵਿੱਚ ਆਪ ਦੇ ਨਾਨਾ ਹਰੀ ਚੰਦ ਲੰਬ ਅਤੇ ਨਾਨੀ ਹਰਦੇਈ ਰਹਿੰਦੇ ਸਨ। ਹੁਣ ਬਕਾਲਾ ਵੀ ਸਿੱਖ ਧਰਮ ਦੇ ਇੱਕ ਪ੍ਰਚਾਰ ਕੇਂਦਰ ਵਜੋਂ ਜਾਣਿਆ ਜਾਣ ਲੱਗ ਪਿਆ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਤਾਂ ਉਸ ਸਮੇਂ ਆਪ ਬਕਾਲਾ ਵਿੱਚ ਸਨ। ਖਬਰ ਮਿਲਦਿਆਂ ਹੀ ਆਪ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਨਾਲ ਕੀਰਤਪੁਰ ਪੁੱਜੇ ਅਤੇ ਅਰਦਾਸ ਵਿੱਚ ਸ਼ਾਮਿਲ ਹੋਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੱਦੀ ਗੁਰੂ ਹਰ ਰਾਏ ਸਾਹਿਬ ਨੂੰ ਸੌਂਪ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਵਧੇਰੇ ਸਮਾਂ ਕੀਰਤਪੁਰ ਨਾ ਠਹਿਰੇ ਤੇ ਵਾਪਿਸ ਬਕਾਲਾ ਚਲੇ ਗਏ। ਆਪ ਦੇ ਨਾਲ ਹੀ ਮਾਤਾ ਨਾਨਕੀ ਤੇ ਪਤਨੀ ਮਾਤਾ ਗੁਜਰੀ ਜੀ ਬਕਾਲਾ ਚਲੇ ਗਏ। ਮਾਝਾ ਨੱਕਾ ਤੇ ਪੋਠੀਹਾਰ ਵਗੈਰਾ ਦੀਆਂ ਸੰਗਤਾਂ ਅਕਸਰ ਬਕਾਲਾ ਆਇਆ ਕਰਦੀਆਂ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਗੁਰਬਾਣੀ ਦੀ ਕਥਾ ਤੇ ਗੁਰੂ ਇਤਿਹਾਸ ਦੀ ਕਥਾ ਕਰਵਾਇਆ ਕਰਦੇ ਸਨ। ਇਸ ਦੌਰਾਨ ਆਪ ਕਦੇ-ਕਦੇ ਗੋਇੰਦਵਾਲ, ਗੁਰੂ ਦਾ ਚੱਕ ਅੰਮ੍ਰਿਤਸਰ, ਕਰਤਾਰਪੁਰ ਅਤੇ ਕੀਰਤਪੁਰ ਸਾਹਿਬ ਵੀ ਜਾਇਆ ਕਰਦੇ ਸਨ। ਅਗਲੇ 12 ਸਾਲ ਗੁਰੂ ਸਾਹਿਬ ਬਕਾਲਾ ਵਿੱਚ ਹੀ ਰਹੇ। ਬਕਾਲਾ ਵਿੱਚ ਭੋਰੇ ਵਿੱਚ ਤਪ ਕਰਨ ਦੀ ਅਸਲੀਅਤ। ਸਿੱਖ ਇਤਿਹਾਸ ਵਿਗਾੜਨ ਵਾਲੇ ਇੱਕ ਲਿਖਾਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਕਿ ਉਹ 1664 ਤੱਕ ਗੁਰੂ ਗੱਦੀ ਮਿਲਣ ਤੱਕ ਤਕਰੀਬਨ 20 ਸਾਲ ਬਕਾਲਾ ਵਿੱਚ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ ਸਨ। ਇੱਕ ਲਿਖਾਰੀ ਨੇ ਤਾਂ ਇਹ ਸਮਾਂ 25-26 ਸਾਲ ਵੀ ਲਿਖਿਆ ਹੈ। ਦਰਅਸਲ ਇਹਨਾਂ ਦੋਹਾਂ ਲਿਖਾਰੀਆਂ ਨੂੰ ਇਸ ਸਮੇਂ ਦੇ ਸਿੱਖ ਇਤਿਹਾਸ ਬਾਰੇ ਸਮੱਗਰੀ ਨਹੀਂ ਸੀ ਲੱਭੀ ਤੇ ਉਹਨਾਂ ਇਹ ਗੱਪ ਮਾਰ ਕੇ ਇਸ ਇਤਿਹਾਸ ਨੂੰ ਪੂਰਾ ਕਰਨ ਦੀ ਖਾਹਿਸ਼ ਨਾਲ ਇਹ ਗਲਤ ਬਿਆਨੀ ਕਰ ਦਿੱਤੀ ਕਿ ਗੁਰੂ ਸਾਹਿਬ ਭੋਰੇ ਵਿੱਚ ਤਪ ਕਰਦੇ ਰਹੇ ਸਨ। ਪਹਿਲੀ ਗੱਲ ਤਾਂ ਗੁਰੂ ਸਾਹਿਬ ਇਸ ਸਮੇਂ ਵਿੱਚੋਂ ਸਿਰਫ 12 ਸਾਲ ਬਕਾਲਾ ਵਿੱਚ ਸਨ ਅਤੇ 8 ਸਾਲ ਪੂਰਬ ਤੇ ਉੱਤਰ ਪ੍ਰਦੇਸ਼ ਵਿੱਚ ਧਰਮ ਪ੍ਰਚਾਰ ਕਰਦੇ ਰਹੇ ਸਨ। ਉਹਨਾਂ ਦਾ ਬਕਾਲਾ ਵਿੱਚ ਰਹਿਣ ਦਾ ਸਮਾਂ ਵੀ ਧਰਮ ਪ੍ਰਚਾਰ ਦਾ ਵੇਲਾ ਸੀ। ਦੂਜਾ, ਅਕੋਤੀ ਤਪੱਸਿਆ ਜਾਂ ਭੋਰੇ ਵਿੱਚ ਤਪ ਕਰਨਾ ਸਿੱਖ ਫਲਸਫੇ ਦੇ ਮੁੱਢੋਂ ਹੀ ਉਲਟ ਹੈ। ਜੰਗਲ ਵਿੱਚ ਜਾਣਾ, ਯੋਗ ਸੰਨਿਆਸ ਜਾਂ ਅਖੌਤੀ ਤਪ ਦੇ ਹੋਰ ਡਰਾਮੇ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਆਪਣੀ ਬਾਣੀ ਵਿੱਚ ਰੱਦ ਕੀਤੇ ਹੋਏ ਹਨ। ਸਾਰੇ ਗੁਰੂ ਸਾਹਿਬਾਨ, ਬਾਬਾ ਫਰੀਦ ਤੇ ਦੂਜੇ ਬਾਣੀਕਾਰਾਂ ਨੇ ਵੀ ਅਖੌਤੀ ਤਪ ਨੂੰ ਪਖੰਡ ਆਖ ਕੇ ਰੱਦ ਕੀਤਾ ਹੋਇਆ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਬਾਰੇ ਪੂਰੀ ਤਫਸੀਲ ਨਾ ਮਿਲਣ ਕਰਕੇ ਉਹਨਾਂ ਵੱਲੋਂ ਝੂਠ ਦੱਸਣ ਦੀ ਕੋਸ਼ਿਸ਼ ਕਰਨਾ ਕਿ ਗੁਰੂ ਸਾਹਿਬ ਭੋਰੇ ਵਿੱਚ ਤਪ ਕਰਨ ਲਈ ਗਏ ਸਨ, ਤਵਾਰੀਖ ਨਾਲ ਜਾਤੀ ਸੀ। ਮੇਰੇ ਵੱਲੋਂ ਦਿੱਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਦੀ ਜਾਣਕਾਰੀ ਆਪ ਜੀ ਨੂੰ ਕਿਵੇਂ ਲੱਗੀ, ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਦੇ ਲਈ ਆਪਣੇ YouTube ਚੈਨਲ ਮਾਲਵੇ ਦੀ ਕਲਮ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਅਤੇ ਨਾਲ ਹੀ
ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਮੇਰੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਗੁਰੂ ਸਾਹਿਬ ਦਾ ਇਤਿਹਾਸ ਦੱਸਦੇ ਸਮੇਂ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਨਿਮਾਣਾ ਜਿਆਦਾ ਸਮਝ ਕੇ ਮਾफ़ ਕਰਨਾ। ਮਿਲਦੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਦੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।